ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਨਿਆਂ ਬਾਰੇ ਜਾਣ ਰਹੇ ਸੀ ਅਤੇ ਅਸੀਂ ਇਸ ਦੇ ਵਿੱਚ ਮੱਤੀ ਦੀ ਅੰਜੀਲ ਦੇ 7 ਅਧਿਆਇ ਦੇ ਵਿੱਚੋਂ 1 ਤੋਂ ਲੈ ਕੇ 6 ਆਇਤਾਂ ਦੇ ਵਚਨਾਂ ਦੇ ਉੱਤੇ ਗੌਰ ਕੀਤਾ ਸੀ। ਇਹਨਾਂ ਵਚਨਾਂ ਦੇ ਦੁਆਰਾ ਅਸੀਂ ਨਿਆਂ ਕਾਰਨਾਂ ਦੇ ਬਾਰੇ ਜਾਣਿਆ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਸ਼ੁਰੂ ਕਰਾਂਗੇ। ਅੱਜ ਅਸੀਂ ਮੰਗਣ ਬਾਰੇ, ਲੱਭਣ ਬਾਰੇ ਅਤੇ ਖੜਕਾਉਣ ਦੇ ਬਾਰੇ ਗੱਲ ਕਰਾਂਗੇ। ਇਸ ਦੇ ਲਈ ਅਸੀਂ ਮੱਤੀ ਦੀ ਅੰਜੀਲ ਦੇ 7 ਅਧਿਆਇ ਦੀ 7 ਆਇਤ ਤੋਂ ਲੈ ਕੇ 11 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਸਾਡਾ ਅੱਜ ਦਾ ਅਧਿਐਨ ਪ੍ਰਾਰਥਨਾ ਦਾ ਵਿਸ਼ਾ ਹੈ। ਇਸ ਦੇ ਵਿੱਚ ਇੱਕ ਵੱਡਾ ਹੌਸਲਾ ਹੁੰਦਾ ਹੈ। ਸਾਡੇ ਅੱਜ ਦੇ ਵਿਸ਼ੇ ਦੀ ਰੂਪਰੇਖਾ ਇਸ ਪ੍ਰਕਾਰ ਹੋਵੇਗੀ। ਪ੍ਰਾਰਥਨਾ ਦੇ ਲਈ ਕੁਝ ਜ਼ਰੂਰੀ ਹੁੰਦਾ ਹੈ। ਇਸ ਦੇ ਵਿੱਚ ਅਸੀਂ ਗੌਰ ਕਰਾਂਗੇ ਮੰਗਣਾ, ਲੱਭਣਾ ਅਤੇ ਖੜਕੜਾਣਾ। ਪ੍ਰਾਰਥਨਾ ਦਾ ਪ੍ਰਭਾਵ ਹੁੰਦਾ ਹੈ। ਇਸ ਦੇ ਵਿੱਚ ਅਸੀਂ ਗੌਰ ਕਰਾਂਗੇ ਪ੍ਰਾਰਥਨਾ ਵਿਆਪਕ ਹੋ ਸਕਦੀ ਹੈ। ਪ੍ਰਾਰਥਨਾ ਦੇ ਵਿੱਚ ਸੰਦੇਸ਼ ਨਹੀਂ ਹੁੰਦਾ। ਪ੍ਰਾਰਥਨਾ ਦਾ ਸਪਸ਼ਟੀਕਰਨ। ਫਿਰ ਅਸੀਂ ਅੱਗੇ ਦੇਖਾਂਗੇ ਪ੍ਰਾਰਥਨਾ ਦਾ ਅਸਰ ਅਤੇ ਅਖੀਰ ਦੇ ਵਿੱਚ ਇਸ ਦੇ ਸਾਰ ਨੂੰ ਵੇਖਾਂਗੇ। ਇਸ ਦੇ ਵਿੱਚ ਅਸੀਂ ਵਿਅਕਤੀਗਤ ਪ੍ਰਾਰਥਨਾ ਕਰ ਸਕਦੇ ਹਾਂ, ਅਸੀਂ ਵਿਸ਼ੇਸ਼ ਪ੍ਰਾਰਥਨਾ ਕਰ ਸਕਦੇ ਹਾਂ, ਅਸੀਂ ਲਗਾਤਾਰ ਪ੍ਰਾਰਥਨਾ ਕਰ ਸਕਦੇ ਹਾਂ। ਇਸ ਦੇ ਉੱਤੇ ਆਪਾਂ ਗੌਰ ਕਰਾਂਗੇ। ਦੋਸਤੋ, ਪ੍ਰਭੂ ਯਿਸੂ ਜੀ ਦੇ ਮਹਾਨ ਪਹਾੜੀ ਉਪਦੇਸ਼ਾਂ ਦਾ ਇਹ ਹਿੱਸਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗਾ ਅਤੇ ਤੁਸੀਂ ਬਹੁਤ ਸਾਰੀ ਬਰਕਤ ਨੂੰ ਪ੍ਰਾਪਤ ਕਰੋਗੇ। ਤਾਂ ਫਿਰ ਆਓ ਬਿਨਾਂ ਸਮਾਂ ਗਵਾਏ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਵੇਖਦੇ ਹਾਂ ਪਰਮੇਸ਼ਰ ਸਾਡੇ ਨਾਲ ਅੱਜ ਮੱਤੀ ਦੀ ਅੰਜੀਲ ਦੇ 7 ਅਧਿਆਇ ਦੀ 7 ਦੀ 11 ਆਇਤ ਤੋਂ ਲੈ ਕੇ ਇਹਨਾਂ ਸਾਰੇ ਵਚਨਾਂ ਦੇ ਵਿੱਚੋਂ ਸਾਡੇ ਨਾਲ ਕੀ ਗੱਲਬਾਤ ਕਰਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਅਧਿਐਨ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਆਓ ਪਰਮੇਸ਼ਰ ਦੇ ਭਜਨ ਨੂੰ ਸੁਣੀਏ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। उस तो बरकता सब लोग पावण, के उस तो बरकता सब लोग पावण, ते कौमा ओस्तियां धन्यवाद गावण, ते कौमा ओस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक हो रहे।
ਪ੍ਰਾਰਥਨਾ ਵਿੱਚ ਇੱਕ ਵੱਡਾ ਹੌਸਲਾ ਹੁੰਦਾ ਹੈ। ਨੰਬਰ 1, ਪ੍ਰਾਰਥਨਾ ਲਈ ਕੁਝ ਜ਼ਰੂਰੀ ਹੁੰਦਾ ਹੈ। ਭਾਗ ਊੜਾ ਮੰਗਣਾ, ਭਾਗ ਐੜਾ ਲੱਭਣਾ, ਭਾਗ ਈੜੀ ਖੜਕਾਉਣਾ। ਨੰਬਰ 2, ਪ੍ਰਾਰਥਨਾ ਦਾ ਪ੍ਰਭਾਵ ਹੁੰਦਾ ਹੈ। ਭਾਗ ਊੜਾ ਪ੍ਰਾਰਥਨਾ ਵਿਆਪਕ ਹੋ ਸਕਦੀ ਹੈ। ਭਾਗ ਐੜਾ ਪ੍ਰਾਰਥਨਾ ਵਿੱਚ ਸੰਦੇਹ ਨਹੀਂ ਹੁੰਦਾ। ਨੰਬਰ 3, ਪ੍ਰਾਰਥਨਾ ਦਾ ਸਪਸ਼ਟੀਕਰਨ। ਨੰਬਰ 4, ਪ੍ਰਾਰਥਨਾ ਦਾ ਅਸਰ। ਸਾਰ। ਭਾਗ ਊੜਾ ਅਸੀਂ ਵਿਅਕਤੀਗਤ ਪ੍ਰਾਰਥਨਾ ਕਰ ਸਕਦੇ ਹਾਂ। ਭਾਗ ਐੜਾ ਅਸੀਂ ਵਿਸ਼ੇਸ਼ ਪ੍ਰਾਰਥਨਾ ਕਰ ਸਕਦੇ ਹਾਂ। ਭਾਗ ਈੜੀ ਅਸੀਂ ਲਗਾਤਾਰ ਪ੍ਰਾਰਥਨਾ ਕਰ ਸਕਦੇ ਹਾਂ। ਤੁਸੀਂ ਮੇਰੇ ਨਾਲ ਮੱਤੀ ਦੀ ਕਿਤਾਬ ਦੇ 7ਵੇਂ ਅਧਿਆਇ ਵਿੱਚ ਚਲੋ। ਇਹ ਉਸ ਮਹਾਨ ਉਪਦੇਸ਼ ਦਾ ਅਗਲਾ ਹਿੱਸਾ ਹੈ ਜੋ ਕਦੀ ਦਿੱਤਾ ਗਿਆ ਸੀ। ਮਹਾਨ ਪਹਾੜੀ ਉਪਦੇਸ਼ ਸਾਡੇ ਪ੍ਰਭੂ ਦੁਆਰਾ ਦਿੱਤਾ ਗਿਆ ਸੀ ਜਦ ਉਹ ਧਰਤੀ ਤੇ ਸੀ। ਅਸੀਂ ਮੱਤੀ 7 ਅਧਿਆਇ ਦੀ 7ਵੀਂ ਆਇਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤੇ ਤੁਹਾਨੂੰ ਲੱਭੇਗਾ, ਖੜਕਾਓ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ, ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ। ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਹਨੂੰ ਪੱਥਰ ਦੇਵੇ, ਅਤੇ ਜੇ ਮੱਛੀ ਮੰਗੇ ਤਾਂ ਉਹ ਉਹਨੂੰ ਸੱਪ ਦੇਵੇ? ਸੋ ਜੋ ਤੁਸੀਂ ਬੁਰੇ ਹੋ ਕੇ ਆਪਣੀਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ, ਤਾਂ ਕਿੰਨਾ ਵਧੇਕ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤੂਆਂ ਦੇਵੇਗਾ। ਮੈਂ ਆਪਣੀ ਇੱਕ ਆਦਤ ਬਣਾਈ ਸੀ ਜਿਸ ਦੇ ਬਾਰੇ ਮੈਂ ਚਾਹੁੰਦਾ ਹਾਂ ਕਿ ਇਹ ਆਦਤ ਬਾਕੀ ਦੀ ਜ਼ਿੰਦਗੀ ਵਿੱਚ ਵੀ ਬਣੀ ਰਹੇ। ਮੈਂ ਫੈਸਲਾ ਕੀਤਾ ਸੀ ਕਿ ਪ੍ਰਾਰਥਨਾ ਦੀ ਇੱਕ ਕਿਤਾਬ ਦਾ ਇੱਕ ਅਧਿਆਇ ਪ੍ਰਾਰਥਨਾ ਕਰਨ ਤੋਂ ਪਹਿਲਾਂ ਪੜ੍ਹਾ ਕਰਾਂਗਾ। ਕਿਸੇ ਵੀ ਪ੍ਰਾਰਥਨਾ ਦੀ ਕਿਤਾਬ ਵਿੱਚ ਲੰਮੇ ਅਧਿਆਇ ਨਹੀਂ ਹੁੰਦੇ ਅਤੇ ਤੁਸੀਂ ਥੋੜ੍ਹੀ ਦੇਰ ਵਿੱਚ ਹੀ ਇੱਕ ਅਧਿਆਇ ਪੜ੍ਹ ਸਕਦੇ ਹੋ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਗੱਲ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਸੀ। ਮੈਨੂੰ ਇਹ ਗੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਪ੍ਰਾਰਥਨਾ ਕਰਨਾ ਮੇਰੇ ਲਈ ਇੱਕ ਮੁਸ਼ਕਲ ਕੰਮ ਸੀ। ਜਦ ਮੈਂ ਹਰ ਰੋਜ਼ ਪ੍ਰਾਰਥਨਾ ਕਰਨ ਤੋਂ ਪਹਿਲਾਂ ਇੱਕ ਅਧਿਆਇ ਪੜ੍ਹਨਾ ਸ਼ੁਰੂ ਕੀਤਾ ਤਾਂ ਇਸ ਨੇ ਮੇਰੇ ਲਈ ਇੱਕ ਪੰਪ ਦੀ ਤਰ੍ਹਾਂ ਕੰਮ ਕੀਤਾ। ਇਸ ਨੇ ਮੇਰੀ ਪ੍ਰਾਰਥਨਾ ਕਰਨ ਵਿੱਚ ਸਹਾਇਤਾ ਕੀਤੀ ਅਤੇ ਮੇਰਾ ਹੌਸਲਾ ਵਧਾਇਆ ਅਤੇ ਮੈਂ ਚੰਗੀ ਤਰ੍ਹਾਂ ਪ੍ਰਾਰਥਨਾ ਕਰਨ ਲੱਗ ਪਿਆ। ਇਹ ਕਿਤਾਬ ਮੈਨੂੰ ਮੇਰੇ ਇੱਕ ਮਿੱਤਰ ਨੇ ਮੈਨੂੰ ਇੱਕ ਮੇਲੇ ਵਿੱਚ ਦਿੱਤੀ ਸੀ। ਇਸ ਕਿਤਾਬ ਦਾ ਨਾਮ ਸੀ ਟੂ ਬਿਜ਼ੀ ਨਾਈਟ ਟੂ ਪ੍ਰੇ। ਇਸ ਦੇ ਨਾਮ ਤੋਂ ਪ੍ਰਭਾਵਿਤ ਹੋ ਕੇ ਮੈਂ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ। ਇਸ ਕਿਤਾਬ ਦੇ ਲੇਖਕ ਬਿਲੀ ਹਬਲ ਨੇ ਇਸ ਦੇ ਪਹਿਲੇ ਅਧਿਆਇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਸੀ। ਪ੍ਰਾਰਥਨਾ ਕਰਨਾ ਅਪ੍ਰਕਿਰਤਿਆ ਕਿਰਿਆ ਹੈ। ਬਚਪਨ ਤੋਂ ਹੀ ਸਾਨੂੰ ਆਤਮ ਨਿਰਭਰ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅਸੀਂ ਬੜੀ ਮੁਸ਼ੱਕਤ ਕਰਦੇ ਹਾਂ ਕਿ ਆਪਣੇ ਪੈਰਾਂ ਤੇ ਆਪ ਖੜੇ ਹੋ ਜਾਈਏ। ਪ੍ਰਾਰਥਨਾ ਸਾਡੇ ਸਵਰਾਜ ਵਿੱਚ ਹਮਲਾ ਕਰਦੀ ਹੈ, ਸਾਡੀ ਆਜ਼ਾਦੀ ਦੇ ਜੀਵਨ ਵਿੱਚ ਰੁਕਾਵਟ ਪੈਦਾ ਕਰਦੀ ਹੈ। ਅੱਜ ਦੀ ਤੇਜ਼ ਜ਼ਿੰਦਗੀ ਵਿੱਚ ਪ੍ਰਾਰਥਨਾ ਕਰਨ ਦਾ ਮਤਲਬ ਹੈ ਰੁਕਾਵਟਾਂ ਨੂੰ ਗਲੇ ਲਗਾਉਣਾ। ਇਸ ਤੋਂ ਅੱਗੇ ਜੋ ਮੈਂ ਪੜ੍ਹਿਆ ਉਸ ਦੇ ਬਾਰੇ ਤੁਹਾਨੂੰ ਦੱਸਦਾ ਹਾਂ। ਇਹ ਪਰਮੇਸ਼ਰ ਲਈ ਬਹੁਤ ਹੀ ਮੁਸ਼ਕਲ ਹੈ ਕਿ ਉਹ ਆਪਣੀ ਸ਼ਕਤੀ ਤੁਹਾਡੇ ਜੀਵਨ ਵਿੱਚ ਦੇਵੇ। ਜਦ ਤੁਸੀਂ ਆਪਣੇ ਹੱਥ ਆਪਣੇ ਬੋਝ ਵਿੱਚ ਪਾ ਕੇ ਇਹ ਆਖਦੇ ਹੋ, ਮੈਂ ਆਪਣੀ ਪਰੇਸ਼ਾਨੀ ਦਾ ਆਪ ਸਾਹਮਣਾ ਕਰ ਸਕਦਾ ਹਾਂ। ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਹੈਰਾਨ ਨਾ ਹੋਣਾ ਕਿ ਇੱਕ ਦਿਨ ਤੁਹਾਡਾ ਇੱਕ ਘਮੰਡੀ ਸੁਭਾਅ ਤੁਹਾਨੂੰ ਉਸ ਹਾਲਾਤ ਵਿੱਚ ਲੈ ਜਾਵੇਗਾ ਜਦ ਤੁਸੀਂ ਕੁਝ ਨਹੀਂ ਕਰ ਸਕੋਗੇ। ਜੋ ਲੋਕ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦਾ ਸੰਬੰਧ ਪਰਮੇਸ਼ਰ ਨਾਲੋਂ ਟੁੱਟ ਜਾਂਦਾ ਹੈ ਅਤੇ ਪਰਮੇਸ਼ਰ ਦੀ ਸਾਮਰਥ ਉਹਨਾਂ ਦੇ ਜੀਵਨ ਵਿੱਚ ਕੰਮ ਨਹੀਂ ਕਰਦੀ ਅਤੇ ਉਹ ਇਸ ਤਰ੍ਹਾਂ ਅਹਿਸਾਸ ਕਰਦੇ ਹਨ ਜਿਸ ਤਰ੍ਹਾਂ ਕਿ ਉਹ ਲੁੱਟ ਚੁੱਕੇ ਹਨ, ਮਾਰੇ ਗਏ ਹਨ, ਨਿਰਾਸ਼ ਹਨ ਅਤੇ ਹਾਰ ਚੁੱਕੇ ਹਨ। ਕਈ ਮਸੀਹ ਵੀ ਅੱਜ ਇਸ ਹਾਲਾਤ ਵਿੱਚ ਪਹੁੰਚ ਚੁੱਕੇ ਹਨ। ਉਹਨਾਂ ਨੂੰ ਇਸ ਹਾਲਾਤ ਵਿੱਚ ਨਹੀਂ ਹੋਣਾ ਚਾਹੀਦਾ। ਪ੍ਰਾਰਥਨਾ ਉਹ ਕੁੰਜੀ ਹੈ ਜੋ ਪਰਮੇਸ਼ਰ ਦੀ ਸਾਮਰਥ ਨੂੰ ਖੋਲ੍ਹ ਦਿੰਦੀ ਹੈ। ਅੱਜ ਬਹੁਤ ਸਾਰੇ ਮਸੀਹ ਅਹਿਸਾਸ ਕਰਦੇ ਹਨ ਕਿ ਉਹ ਇਸ ਗੱਲ ਤੋਂ ਦੋਸ਼ੀ ਹਨ ਕਿ ਉਹ ਅੱਛੀ ਤਰ੍ਹਾਂ ਪ੍ਰਾਰਥਨਾ ਨਹੀਂ ਕਰਦੇ। ਮੈਂ ਵੀ ਜਦ ਪ੍ਰਾਰਥਨਾ ਸ਼ੁਰੂ ਕੀਤੀ ਸੀ ਤਾਂ ਇਸ ਤਰ੍ਹਾਂ ਹੀ ਕੁਝ ਅਹਿਸਾਸ ਕੀਤਾ ਸੀ। ਇਸ ਗੱਲ ਨੂੰ ਆਪਣੇ ਇਸ ਸੰਦੇਸ਼ ਦੀ ਸ਼ੁਰੂਆਤ ਵਿੱਚ ਹੀ ਮੈਂ ਕਬੂਲ ਕਰ ਲਿਆ ਸੀ। ਇਸ ਲਈ ਮੈਂ ਇਹ ਇੱਛਾ ਨਹੀਂ ਕਰਦਾ ਕਿ ਤੁਹਾਡੇ ਤੇ ਪ੍ਰਾਰਥਨਾ ਨਾ ਕਰਨ ਦਾ ਦੋਸ਼ ਲਗਾਵਾਂ। ਅਸਲ ਵਿੱਚ ਮੈਂ ਇਹ ਕਰਨਾ ਪਸੰਦ ਕਰਦਾ ਹਾਂ ਕਿ ਤੁਹਾਡੀ ਸਹਾਇਤਾ ਕਰਾਂ ਤਾਂ ਕਿ ਤੁਸੀਂ ਸਮਝ ਜਾਓ ਕਿ ਪ੍ਰਾਰਥਨਾ ਕਰਨਾ ਇੱਕ ਬਹੁਤ ਵੱਡੀ ਆਸ਼ੀਸ਼ ਹੈ ਅਤੇ ਇਸ ਲਈ ਪਰਮੇਸ਼ਰ ਨੇ ਸਾਨੂੰ ਇੱਕ ਸੁਨਹਿਰਾ ਮੌਕਾ ਦਿੱਤਾ ਹੈ। ਅਸਲ ਵਿੱਚ ਇਹ ਗੱਲ ਨਹੀਂ ਕਿ ਅਸੀਂ ਆਪਣੇ ਦੋਸ਼ ਦਾ ਅਹਿਸਾਸ ਕਰੀਏ ਕਿ ਅਸੀਂ ਪ੍ਰਾਰਥਨਾ ਨਹੀਂ ਕਰਦੇ। ਅਸਲ ਗੱਲ ਤਾਂ ਇਹ ਹੈ
ਕਿ ਅਸੀਂ ਪਰਮੇਸ਼ਰ ਕੋਲੋਂ ਰਹਿਮਤਾਂ ਲੈਣ ਲਈ ਭੁੱਲ ਕਰ ਰਹੇ ਹਾਂ ਜੇ ਅਸੀਂ ਪ੍ਰਾਰਥਨਾ ਨਹੀਂ ਕਰਦੇ। ਮੈਂ ਉਹਨਾਂ ਸ਼ਬਦਾਂ ਨੂੰ ਲੈਣਾ ਪਸੰਦ ਕਰਦਾ ਹਾਂ ਜੋ ਯਿਸੂ ਨੇ ਆਪਣੇ ਉਪਦੇਸ਼ ਵਿੱਚ ਕਹੇ ਅਤੇ ਤੁਹਾਨੂੰ ਫਿਰ ਇੱਕ ਵਾਰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਸਾਨੂੰ ਮਹਾਨ ਚੀਜ਼ਾਂ ਦੇਣਾ ਚਾਹੁੰਦਾ ਹੈ ਕਿਉਂ ਜੋ ਅਸੀਂ ਉਸ ਦੇ ਲੋਕ ਹਾਂ। ਇਹ ਮੇਰੇ ਲਈ ਇੱਕ ਬਹੁਤ ਹੀ ਮਜ਼ੇ ਦੀ ਗੱਲ ਹੈ ਕਿ ਯਿਸੂ ਇਸ ਪਹਾੜੀ ਉਪਦੇਸ਼ ਵਿੱਚ ਦੁਬਾਰਾ ਫਿਰ ਪ੍ਰਾਰਥਨਾ ਦੇ ਵਿਸ਼ੇ ਸੰਬੰਧੀ ਦੂਜੀ ਵਾਰ ਵਾਪਸ ਆਉਂਦਾ ਹੈ। 6ਵੇਂ ਅਧਿਆਏ ਦੀ ਸ਼ੁਰੂਆਤ ਨੂੰ ਯਾਦ ਕਰੋ। ਉਸ ਵਿੱਚ ਉਸ ਨੇ ਸਾਨੂੰ ਪ੍ਰਾਰਥਨਾ ਕਰਨ ਦੀ ਸਿੱਖਿਆ ਬਾਰੇ ਦੱਸਿਆ ਸੀ ਜਿਸ ਨੂੰ ਅਸੀਂ ਚੇਲਿਆਂ ਦੀ ਪ੍ਰਾਰਥਨਾ ਕਰਕੇ ਯਾਦ ਕਰਦੇ ਹਾਂ। ਹੁਣ ਆਪਣੇ ਇਸ ਸੰਦੇਸ਼ ਦੇ ਅੰਤ ਵਿੱਚ ਉਹ ਦੁਬਾਰਾ ਪ੍ਰਾਰਥਨਾ ਦੇ ਵਿਸ਼ੇ ਉੱਤੇ ਆਉਂਦਾ ਹੈ। ਜਿੰਨਾ ਮੈਂ ਦੱਸ ਸਕਦਾ ਹਾਂ ਇਹ ਹੀ ਉਪਦੇਸ਼ ਵਿੱਚ ਇੱਕ ਵਿਸ਼ੇ ਹੈ ਜਿਸ ਨੂੰ ਯਿਸੂ ਨੇ 2 ਵਾਰ ਬਿਆਨ ਕੀਤਾ। ਇਸ ਤਰ੍ਹਾਂ ਇਸ ਵਿਸ਼ੇ ਨੂੰ ਦੂਸਰੀ ਵਾਰ ਬਿਆਨ ਕਰਨ ਦਾ ਮਤਲਬ ਇਹ ਸੀ ਕਿ ਉਹ ਸਾਨੂੰ ਪ੍ਰਾਰਥਨਾ ਦੀ ਮਹੱਤਤਾ ਅਤੇ ਪਰਮਿਕਤਾ ਦੇ ਬਾਰੇ ਯਾਦ ਕਰਾਉਣਾ ਚਾਹੁੰਦਾ ਸੀ। ਜਦ ਅਸੀਂ ਇਹਨਾਂ ਐਤਾਂ ਵੱਲ ਵੇਖਦੇ ਹਾਂ ਕਿ ਇਹ ਕਿੰਨੀ ਅੱਛੀ ਤਰ੍ਹਾਂ ਉਸ ਦੇ ਪਿਛਲੇ ਸੰਦੇਸ਼ ਨਾਲ ਮੇਲ ਖਾਂਦੀਆਂ ਹਨ। ਪਿਛਲੇ ਸੰਦੇਸ਼ ਵਿੱਚ ਅਸੀਂ ਵੇਖਿਆ ਸੀ ਕਿ ਕਿੰਨੀ ਚੰਗੀ ਤਰ੍ਹਾਂ ਚਿੰਤਾ ਦਾ ਸਾਹਮਣਾ ਕਰਨ ਦੇ ਬਾਰੇ ਯਿਸੂ ਨੇ ਦੱਸਿਆ ਸੀ। ਉਸ ਨੂੰ ਯਾਦ ਕਰੋ। ਆਪਣੇ ਜੀਵਨ ਦੀਆਂ ਗੱਲਾਂ ਬਾਰੇ ਨਾ ਸੋਚੋ। ਆਪਣਾ ਸਾਰਾ ਬੋਝ ਪ੍ਰਭੂ ਨੂੰ ਦੇ ਦਿਓ। ਉਸ ਨੂੰ ਦੇਣਾ ਹੀ ਪਵੇਗਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸੰਦੇਸ਼ ਦੀ ਇਹ ਛੋਟੀ ਕਹਾਣੀ ਦੱਸਦੀ ਹੈ ਕਿ ਸਾਡੀ ਸਭ ਤੋਂ ਵੱਡੀ ਜ਼ਰੂਰਤ ਪ੍ਰਾਰਥਨਾ ਹੋਣੀ ਚਾਹੀਦੀ ਹੈ, ਨਾ ਕਿ ਚਿੰਤਾ। ਮਸੀਹਾਂ ਲਈ ਚਿੰਤਾ ਦਾ ਉੱਤਰ ਪ੍ਰਾਰਥਨਾ ਹੈ। ਯਿਸੂ ਮਸੀਹ ਨੇ ਹੀ ਸਾਨੂੰ ਇਹ ਨਿਚੋੜ ਦਿੱਤਾ ਹੈ। ਉਸ ਨੇ ਚਿੰਤਾ ਦੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਹੁਣ ਸਾਨੂੰ ਆਖਦਾ ਹੈ ਕਿ ਇਹ ਇਸ ਗੱਲ ਨੂੰ ਨਾ ਭੁੱਲੋ ਜਿਸ ਦੀ ਤੁਹਾਨੂੰ ਅਸਲ ਵਿੱਚ ਜ਼ਰੂਰਤ ਹੈ, ਉਹ ਹੈ ਪ੍ਰਾਰਥਨਾ। ਅਸੀਂ ਨਿਉਂ ਕਰਨ ਦੇ ਬਾਰੇ ਗੱਲਬਾਤ ਕੀਤੀ ਅਤੇ ਪ੍ਰਭੂ ਨੇ ਸਾਨੂੰ ਇੱਕ ਜਾਂਚ ਪੜਤਾਲ ਕਰਨ ਵਾਲੀ ਅਤੇ ਆਲੋਚਨਾ ਕਰਨ ਵਾਲੀ ਆਤਮਾ ਦੇ ਬਾਰੇ ਅੱਛੀ ਤਰ੍ਹਾਂ ਸਮਝਾਇਆ। ਉਸ ਨੇ ਆਖਿਆ, ਨਿਉਂ ਨਾ ਕਰੋ ਜੋ ਤੁਹਾਡਾ ਵੀ ਨਿਉਂ ਨਾ ਕੀਤਾ ਜਾਏ। ਅਤੇ ਇੱਕ ਝਟਕੇ ਨਾਲ ਮੈਨੂੰ ਇਸ ਤਰ੍ਹਾਂ ਲੱਗਾ ਕਿ ਇਹ ਗੱਲ ਵੀ ਪ੍ਰਾਰਥਨਾ ਦੀ ਜ਼ਰੂਰਤ ਵੱਲ ਇਸ਼ਾਰਾ ਕਰਦੀ ਹੈ। ਤੁਹਾਡੇ ਵਿੱਚੋਂ ਕਿੰਨੇ ਲੋਕ ਇਹ ਜਾਣਦੇ ਹਨ ਕਿ ਜਦੋਂ ਕੋਈ ਵਿਅਕਤੀ ਕਿਸੇ ਨਾਲ ਨਾਰਾਜ਼ ਹੁੰਦਾ ਹੈ ਤਾਂ ਕਿਸ ਤਰ੍ਹਾਂ ਲੱਗਦਾ ਹੈ? ਹੋ ਸਕਦਾ ਹੈ ਨਾਰਾਜ਼ਗੀ ਦਾ ਕੋਈ ਕਾਰਨ ਹੋਵੇ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਨਾ ਸਮਝ ਪਾਓ। ਤਾਂ ਤੁਸੀਂ ਇਸ ਮਾਮਲੇ ਨੂੰ ਪ੍ਰਭੂ ਕੋਲ ਲੈ ਜਾਓ ਅਤੇ ਉਸ ਨੂੰ ਦੱਸੋ। ਤੁਹਾਡੇ ਵਿੱਚੋਂ ਕਿੰਨੇ ਲੋਕ ਆਪਣੇ ਜੀਵਨ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਪ੍ਰਭੂ ਨੂੰ ਦੱਸਦੇ ਹਨ ਕਿ ਮੈਂ ਉਸ ਵਿਅਕਤੀ ਲਈ ਆਪਣਾ ਬੋਝ ਤੈਨੂੰ ਦਿੰਦਾ ਹਾਂ ਜਿਸ ਨੇ ਮੇਰੇ ਨਾਲ ਗਲਤ ਕੰਮ ਕੀਤਾ ਹੈ। ਪਰਮੇਸ਼ਰ ਸਾਡੀ ਗੱਲਬਾਤ ਦਾ ਆਪਣੇ ਤਰੀਕੇ ਨਾਲ ਉੱਤਰ ਦਿੰਦਾ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ ਹਾਂ ਜੋ ਇਹ ਹੈ, ਜੇ ਤੁਸੀਂ ਪਿਛਲੇ ਕੁਝ ਸਾਲਾਂ ਤੋਂ ਮੇਰੀ ਪ੍ਰਾਰਥਨਾਵਾਂ ਸੁਣਿਆ ਹੋਣ ਤਾਂ ਤੁਸੀਂ ਕੁਝ ਮਜ਼ੇ ਦੀਆਂ ਗੱਲਾਂ ਜ਼ਰੂਰ ਸੁਣੀਆਂ ਹੋਣਗੀਆਂ ਜੋ ਮੈਂ ਆਪਣੇ ਜੀਵਨ ਦੇ ਬਾਰੇ ਦੱਸੀਆਂ ਹੋਣਗੀਆਂ। ਜਦੋਂ ਤੁਹਾਨੂੰ ਕਿਸੇ ਭੈਣ ਜਾਂ ਭਰਾ ਕੋਲੋਂ ਪਰੇਸ਼ਾਨੀ ਹੁੰਦੀ ਹੈ ਅਤੇ ਤੁਸੀਂ ਨਹੀਂ ਜਾਣਦੇ ਕਿ ਕੀ ਕਰੀਏ ਅਤੇ ਤੁਸੀਂ ਨਹੀਂ ਜਾਣਦੇ ਕਿ ਕੀ ਇਸ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਵੇ, ਮੈਂ ਚਾਹੁੰਦਾ ਹਾਂ ਤੁਸੀਂ ਆਪਣੇ ਘੁੱਟਨੇ ਟੇਕ ਕੇ ਇਸ ਸਮੱਸਿਆ ਪਰਮੇਸ਼ਰ ਦੇ ਸਾਹਮਣੇ ਲਿਆਓ ਅਤੇ ਉਸ ਨੂੰ ਇਸ ਦੀ ਪੂਰੀ ਜਾਣਕਾਰੀ ਦੇਵੋ ਅਤੇ ਆਪਣੀ ਪਰੇਸ਼ਾਨੀ ਉਸ ਨੂੰ ਦੇ ਦੇਵੋ। ਹੁਣ ਜੋ ਉਹ ਕਰੇਗਾ ਉਹ ਤੁਹਾਡੇ ਲਈ ਇੱਕ ਚਮਤਕਾਰ ਹੋ ਜਾਵੇਗਾ। ਪਰਮੇਸ਼ਰ ਚਾਹੁੰਦਾ ਹੈ ਕਿ ਪ੍ਰਾਰਥਨਾ ਦਾ ਮਹੱਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਜਾਣ ਲਈਏ ਕਿ ਸਾਡੇ ਜੀਵਨ ਵਿੱਚ ਪ੍ਰਾਰਥਨਾ ਦਾ ਮਹੱਤਵ ਕਿੰਨਾ ਮਹਾਨ ਹੈ। ਅੱਜ ਕਲੀਸਿਆ ਵਿੱਚ ਅਤੇ ਹਰੇਕ ਸਮਾਜ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੈ। ਉਹ ਕਿਹੜੀ ਚੀਜ਼ ਹੈ ਜਿਸ ਦੇ ਬਾਰੇ ਅਸੀਂ ਸਭ ਤੋਂ ਜ਼ਿਆਦਾ ਸੁਣਦੇ ਹਾਂ? ਭਾਵੇਂ ਅਸੀਂ ਸਫ਼ਰ ਵਿੱਚ ਹੋਈਏ ਜਾਂ ਲੋਕਾਂ ਨਾਲ ਸਮਾਜ ਦੀ ਬੁਰਾਈ ਦੇ ਬਾਰੇ ਗੱਲਬਾਤ ਕਰਦੇ ਹੋਈਏ, ਜੇ ਤੁਸੀਂ ਸਾਰੀਆਂ ਗੱਲਾਂ ਨੂੰ ਇਕੱਠਾ ਕਰੋ ਤਾਂ ਇੱਕ ਚੀਜ਼ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਅਸੀਂ ਬਿਨਾਂ ਪੁਰਾਣੀ ਮਿਸਾਲ ਦੇ ਮਾਮਲੇ ਦਾ ਸਾਹਮਣਾ ਕਰਦੇ ਚਲੇ ਜਾ ਰਹੇ ਹਾਂ। ਅੱਜ ਅਸੀਂ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ ਜੋ ਪਹਿਲਾਂ ਸਮਾਜ ਵਿੱਚ ਨਹੀਂ ਸੀ ਅਤੇ ਨਾ ਹੀ ਪੂਰੇ ਇਤਿਹਾਸ ਵਿੱਚ ਸੀ। ਅੱਜ ਅਸੀਂ ਆਪਣੀ ਚਰਚ ਵਿੱਚ ਇੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਜੋ ਪਹਿਲਾਂ ਨਹੀਂ ਕਰਨਾ ਪੈਂਦਾ ਸੀ ਅਤੇ ਸਮਝ ਨਹੀਂ ਪਾਉਂਦੇ ਕਿ ਕੀ ਕੀਤਾ ਜਾਵੇ, ਕਿਸ ਚੀਜ਼ ਦੀ ਜ਼ਰੂਰਤ ਹੈ। ਜਦ ਇਸ ਤਰ੍ਹਾਂ ਹੁੰਦਾ ਹੈ, ਬੁੱਧੀ ਤੀਬਰ ਬੁੱਧੀ ਦੇ ਬਾਰੇ ਇੱਕ ਵਾਰ ਮੈਂ ਇਸ ਦੀ ਬਹੁਤ ਹੀ ਅੱਛੀ ਪਰਿਭਾਸ਼ਾ ਸੁਣੀ ਜੋ ਦੱਸਦੀ ਹੈ ਕਿ ਬਿਨਾਂ ਮਿਸਾਲ ਦੇ ਬੁੱਧੀ ਹੀ ਠੀਕ ਕੰਮ ਕਰ ਸਕਦੀ ਹੈ। ਤੁਸੀਂ ਬੁੱਧੀ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਨਾਂ ਉਲਾਂਭੇ ਦੇ ਦਿੰਦਾ ਹੈ, ਤਾਂ ਉਹਨਾਂ ਨੂੰ ਦਿੱਤੀ ਜਾਵੇਗੀ।
ਅੱਜ ਅਸੀਂ ਜੋ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ, ਉਹਨਾਂ ਦਾ ਉੱਤਰ ਨਾ ਤਾਂ ਸੈਮੀਨਾਰ ਵਿੱਚ ਮਿਲਦਾ ਹੈ ਅਤੇ ਨਾ ਹੀ ਕਿਸੇ ਸਲਾਹਕਾਰਾਂ ਕੋਲੋਂ, ਅਤੇ ਨਾ ਹੀ ਕੈਸਟਾਂ, ਟੇਪ ਸੁਣਨ ਨਾਲ, ਅਤੇ ਨਾ ਹੀ ਕਿਤਾਬਾਂ ਵਿੱਚ। ਇਹਨਾਂ ਪ੍ਰਸ਼ਨਾਂ ਦਾ ਸਹੀ ਉੱਤਰ ਸਾਨੂੰ ਆਪਣੀ ਕਲੀਸਿਆ ਅਤੇ ਅੱਜ ਦੀ ਸੰਸਕ੍ਰਿਤੀ ਵਿੱਚ ਮਿਲਦਾ ਹੈ। ਜੇ ਅਸੀਂ ਮਸੀਹ ਵਿੱਚ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਉਸ ਸਰੋਤ ਤੱਕ ਪਹੁੰਚ ਜਾਂਦੇ ਹਾਂ ਅਤੇ ਬੁੱਧੀ ਪ੍ਰਾਪਤ ਕਰਦੇ ਹਾਂ ਜਿਸ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਉਹ ਦੂਜੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਜਿਸ ਦਾ ਸਾਹਮਣਾ ਅਸੀਂ ਆਪਣੀ ਸੇਵਕਾਈ ਵਿੱਚ ਕਰਦੇ ਹਾਂ? ਅਸੀਂ ਇਹੋ ਜਿਹੇ ਲੋਕ ਕਿੱਥੋਂ ਲੱਭੀਏ ਜੋ ਸਾਨੂੰ ਉਸ ਕੰਮ ਕਰਨ ਵਿੱਚ ਸਹਾਇਤਾ ਕਰਨ ਜਿਸ ਕੰਮ ਲਈ ਪਰਮੇਸ਼ਰ ਨੇ ਸਾਨੂੰ ਬੁਲਾਇਆ ਹੈ? ਅਸੀਂ ਕਿੱਥੇ ਪਾਸਟਰ, ਮਿਸ਼ਨਰੀ ਅਤੇ ਸਿੱਖਿਅਕ ਅਤੇ ਮਸੀਹ ਸਕੂਲ ਦੇ ਲੋਕਾਂ ਨੂੰ ਲੱਭੀਏ? ਉਹ ਕਿੱਥੇ ਆਉਂਦੇ ਹਨ? ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੱਭ ਸਕਦੇ ਹਾਂ? ਅਸੀਂ ਉਹਨਾਂ ਤੱਕ ਟ੍ਰੇਨਿੰਗ ਸਕੂਲਾਂ ਦੇ ਦੁਆਰਾ ਪਹੁੰਚ ਸਕਦੇ ਹਾਂ ਅਤੇ ਫਿਰ ਅਸੀਂ ਮੱਤੀ 9 ਵਿੱਚ ਜਾ ਸਕਦੇ ਹਾਂ ਜਿੱਥੇ ਯਿਸੂ ਨੇ ਕਿਹਾ, ਤੁਸੀਂ ਇਸ ਲਈ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ। ਮੱਤੀ 9 ਅਧਿਆਏ 38 ਵਚਨ। ਅੱਜ ਸਾਡੀ ਕਲੀਸਿਆ ਵਿੱਚ ਵਿਅਕਤੀਗਤ ਪਰੇਸ਼ਾਨੀਆਂ ਦਾ ਕੀ ਉੱਤਰ ਹੈ? ਇਸ ਦਾ ਸਹੀ ਉੱਤਰ ਅੱਜ ਦੇ ਸੰਦੇਸ਼ ਵਿੱਚ ਹੈ। ਉਹ ਇਹ ਹੈ, ਪ੍ਰਾਰਥਨਾ ਕਰੋ। ਜਿਸ ਤਰ੍ਹਾਂ ਦੇ ਲੋਕਾਂ ਲਈ ਤੁਹਾਨੂੰ ਜ਼ਰੂਰਤ ਹੈ, ਤੁਸੀਂ ਪ੍ਰਾਰਥਨਾ ਕਰੋ। ਪਰਮੇਸ਼ਰ ਸਾਡੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਅਤੇ ਉਹ ਆ ਜਾਣਗੇ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਜਿਸ ਬਾਰੇ ਗੱਲਬਾਤ ਕਰ ਰਹੇ ਹਾਂ ਉਹ ਸਾਡੀ ਮਰਜ਼ੀ ਤੇ ਨਿਰਭਰ ਨਹੀਂ ਕਿ ਜਦ ਸਾਨੂੰ ਸਮੇਂ ਮਿਲੇਗਾ ਅਸੀਂ ਉਸ ਬਾਰੇ ਸਿੱਖ ਲਵਾਂਗੇ। ਅਸੀਂ ਇਸ ਜਗ੍ਹਾ ਜਿਸ ਬਾਰੇ ਗੱਲਬਾਤ ਕਰ ਰਹੇ ਹਾਂ ਉਹ ਤਾਂ ਸਾਡੇ ਸਾਰੇ ਕੰਮਾਂ ਦੀ ਕੁੰਜੀ ਹੈ ਜੋ ਅਸੀਂ ਪਰਮੇਸ਼ਰ ਦੇ ਵਿੱਚ ਹੋ ਕੇ ਕਰਦੇ ਹਾਂ। ਆਓ ਅਸੀਂ ਸਾਰੇ ਮਿਲ ਕੇ ਉੱਚੀ ਆਵਾਜ਼ ਵਿੱਚ ਆਖ ਸਕੀਏ, ਸਾਡੇ ਕੋਲ ਇਹ ਨਹੀਂ ਹੈ ਕਿਉਂ ਜੋ ਅਸੀਂ ਮੰਗਿਆ ਹੀ ਨਹੀਂ। ਪਰਮੇਸ਼ਰ ਤਿਆਰ ਹੈ ਅਤੇ ਖੁਸ਼ੀ ਨਾਲ ਸਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ। ਨੰਬਰ 1, ਪ੍ਰਾਰਥਨਾ ਲਈ ਕੁਝ ਜ਼ਰੂਰੀ ਹੁੰਦਾ ਹੈ। ਮੱਤੀ 7 ਅਧਿਆਇ 7 ਵਚਨ। ਸਭ ਤੋਂ ਪਹਿਲਾਂ ਐਤ 7 ਵਿੱਚ ਤੁਸੀਂ ਪ੍ਰਾਰਥਨਾ ਲਈ ਇੱਕ ਬਹੁਤ ਜ਼ਰੂਰੀ ਚੀਜ਼ ਦੇਖਦੇ ਹੋ। ਇੱਥੇ ਯਿਸੂ ਆਖਦਾ ਹੈ, ਮੰਗੋ ਤਾਂ ਦਿੱਤਾ ਜਾਵੇਗਾ, ਢੂੰਡੋ ਤਾਂ ਤੁਸੀਂ ਲੱਭੋਗੇ, ਖੜਕਾਓ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਇਹ 3 ਆਦੇਸ਼ ਬੜੇ ਜ਼ਰੂਰੀ ਹਨ। ਇਹ 3 ਹੁਕਮ ਹਨ। ਇਹ ਤੁਹਾਡੀ ਮਰਜ਼ੀ ਵਿੱਚ ਨਹੀਂ ਹਨ। ਉਹ ਇਸ ਤਰ੍ਹਾਂ ਨਹੀਂ ਕਹਿ ਰਿਹਾ ਕਿ ਮੰਗਣ ਦੇ ਬਾਰੇ ਸੋਚੋ। ਉਹ ਤਾਂ ਸਾਨੂੰ ਕਹਿ ਰਿਹਾ ਹੈ, ਮੰਗੋ, ਲੱਭੋ ਅਤੇ ਖੜਕਾਓ। ਇਹਨਾਂ ਆਇਤਾਂ ਵਿੱਚ ਜੋ ਅਸੀਂ ਅੱਜ ਪੜ੍ਹਿਆ 5 ਵਾਰ ਇਹ ਸ਼ਬਦ ਮੰਗੋ ਆਇਆ ਹੈ। ਇਹਨਾਂ ਆਇਤਾਂ ਵਿੱਚ ਇਹ ਸ਼ਬਦ ਬਹੁਤ ਮਹੱਤਵਪੂਰਨ ਹੈ, ਇਸ ਲਈ ਬਾਰ-ਬਾਰ ਆਇਆ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਮੰਗੀਏ। ਉਹ ਇਹ ਨਹੀਂ ਆਖਦਾ ਕਿ ਅਸੀਂ ਭੀਖ ਮੰਗੀਏ। ਉਹ ਇਹ ਨਹੀਂ ਆਖਦਾ ਕਿ ਅਸੀਂ ਚੀਕਾਂ ਮਾਰੀਏ, ਜਦ ਕਿ ਇਹ ਵੀ ਅੱਛਾ ਹੋ ਸਕਦਾ ਹੈ। ਉਹ ਆਖਦਾ ਹੈ, ਜਦ ਤੁਹਾਡੇ ਕੋਲ ਉਹ ਨਹੀਂ ਹੈ ਜਿਸ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਕੀ ਕਰਨਾ ਚਾਹੋਗੇ? ਜ਼ੋਰ ਦੇ ਕੇ ਆਖੋਗੇ, ਤੁਸੀਂ ਬਸ ਮੰਗਣਾ ਹੈ। ਮੰਗਣਾ ਸੁਭਾਵਿਕ ਹੈ। ਭਾਗ ਊੜਾ, ਮੰਗਣਾ। ਮੈਂ ਸੋਚਦਾ ਹਾਂ ਸਾਨੂੰ ਸਭ ਨੂੰ ਆਪਣੇ ਘਰਾਂ ਵਿੱਚ ਹੀ ਆਪਣੀ ਵੱਧਦੀ ਉਮਰ ਵਿੱਚ ਇਸ ਦੇ ਬਾਰੇ ਅੱਛੀ ਵਿਆਖਿਆ ਮਿਲ ਜਾਂਦੀ ਹੈ। ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਬੱਚੇ ਮੰਗਣ ਦੇ ਬਾਰੇ ਅੱਛੀ ਤਰ੍ਹਾਂ ਜਾਣਦੇ ਹਨ? ਕੀ ਇਹ ਅੱਛੀ ਗੱਲ ਨਹੀਂ? ਜਦ ਉਹ ਮੰਗਦੇ ਹਨ, ਜਦ ਵੀ ਉਹਨਾਂ ਨੂੰ ਕੁਝ ਚਾਹੀਦਾ ਹੁੰਦਾ ਹੈ, ਬਸ ਉਹ ਆ ਕੇ ਮੰਗਦੇ ਹਨ। ਤੁਸੀਂ ਇੱਕ ਛੋਟੇ ਜਿਹੇ ਬੱਚੇ ਦੇ ਬਾਰੇ ਸੁਣਿਆ ਹੋਵੇਗਾ ਜੋ ਆਪਣੇ ਘਰ ਵਿੱਚ ਆਪਣੇ ਪਿਤਾ ਦੇ ਨਾਲ ਸੀ, ਕਿਉਂ ਜੋ ਉਸ ਦੀ ਮੰਮੀ ਔਰਤਾਂ ਦੀ ਮੀਟਿੰਗ ਵਿੱਚ ਗਈ ਹੋਈ ਸੀ। ਉਸ ਬੱਚੇ ਨੇ ਪਿਤਾ ਕੋਲੋਂ ਪਾਣੀ ਮੰਗਿਆ। ਇੱਕ ਵਾਰ ਨਹੀਂ, ਬਾਰ-ਬਾਰ ਮੰਗਦਾ ਰਿਹਾ ਜਦ ਤੱਕ ਉਸ ਦਾ ਪਿਤਾ ਉਹਨੂੰ ਦਿੰਦਾ ਰਿਹਾ। ਉਸ ਦੇ ਪਿਤਾ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ ਉਸ ਦੀ ਮੰਗ ਪੂਰੀ ਕਰਦਾ ਰਹੇ, ਪਰ ਅੰਤ ਵਿੱਚ ਉਹ ਹਾਰ ਗਿਆ। ਉਸ ਨੇ ਬੱਚੇ ਨੂੰ ਸਖਤ ਸ਼ਬਦ ਆਖੇ, ਚੁੱਪਚਾਪ ਬੈਠ ਜਾ, ਮੈਂ ਹੁਣ ਹੋਰ ਨਹੀਂ ਸੁਣਨਾ ਚਾਹੁੰਦਾ, ਜਾ ਕੇ ਸੋ ਜਾ। ਜੇ ਹੁਣ ਮੈਂ ਬਿਸਤਰ ਤੋਂ ਤੇਰੀ ਆਵਾਜ਼ ਸੁਣੀ ਤਾਂ ਆ ਕੇ ਬੈਂਤ ਨਾਲ ਮਾਰਾਂਗਾ। ਬੱਚਾ ਉੱਪਰ ਜਾ ਕੇ ਲੇਟ ਗਿਆ ਅਤੇ ਪਿਤਾ ਨੇ ਫਿਰ ਉਸ ਦੀ ਹੌਲੀ ਜਿਹੀ ਆਵਾਜ਼ ਸੁਣੀ। ਉਸ ਨੇ ਆਖਿਆ, ਡੈਡੀ, ਜਦ ਤੁਸੀਂ ਮੈਨੂੰ ਮਾਰਨ ਵਾਸਤੇ ਉੱਪਰ ਆਓ ਕਿ ਤੁਸੀਂ ਮੇਰੇ ਵਾਸਤੇ ਇੱਕ ਗਿਲਾਸ ਪਾਣੀ ਲੈ ਆਓਗੇ? ਤੁਸੀਂ ਜਾਣਦੇ ਹੋ, ਬੱਚੇ ਇਸ ਤਰ੍ਹਾਂ ਹੀ ਇੱਕ ਕੰਮ ਨੂੰ ਬਾਰ-ਬਾਰ ਕਰਦੇ ਹਨ। ਉਹ ਕਦੇ ਚੁੱਪ ਨਹੀਂ ਰਹਿੰਦੇ। ਕਿਉਂ ਰਹਿੰਦੇ ਹਨ? ਉਹ ਬਾਰ-ਬਾਰ ਮੰਗਦੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਹੀ ਯਿਸੂ ਇੱਥੇ ਆਖ ਰਿਹਾ ਹੈ। ਉਹ ਚਾਹੁੰਦਾ ਹੈ ਅਸੀਂ ਬਸ ਮੰਗੀਏ, ਬਾਰ-ਬਾਰ ਆਪਣੀ ਜ਼ਰੂਰਤ ਲਈ ਮੰਗੀਏ। ਭਾਗ ਐੜਾ, ਲੱਭਣਾ। ਤਦ ਉਹ ਆਖਦਾ ਹੈ, ਲੱਭੋ। ਮੈਂ ਦੱਸਿਆ ਸੀ ਕਿ ਉਸ ਦੇ ਹਰੇਕ ਸੰਦੇਸ਼ ਪਹਿਲਾਂ ਵਾਲੇ ਤੋਂ ਜ਼ਿਆਦਾ ਪ੍ਰਬਲ ਹੁੰਦਾ ਹੈ। ਮੈਨੂੰ ਵੀ ਲੱਭਣਾ ਮੰਗਣ ਤੋਂ ਜ਼ਿਆਦਾ ਪ੍ਰਬਲ ਲੱਗਦਾ ਹੈ। ਇਸ ਦਾ ਕਾਰਨ ਹੈ, ਜਦ ਤੁਸੀਂ ਕਿਸੇ ਕੋਲ ਆ ਕੇ ਮੰਗਦੇ ਹੋ ਅਤੇ ਫਿਰ ਮੰਗਣ ਦੇ ਬਾਅਦ
ਤੁਸੀਂ ਉਸ ਵਿਅਕਤੀ ਨੂੰ ਮਿਲਣਾ ਚਾਹੁੰਦੇ ਹੋ ਜਿਸ ਦੇ ਕੋਲ ਮੰਗਿਆ ਸੀ। ਮੈਂ ਸੋਚਦਾ ਹਾਂ ਤੋਹਫੇ ਤੋਂ ਵੀ ਜ਼ਿਆਦਾ ਮਹੱਤਵਪੂਰਨ ਦੇਣ ਵਾਲਾ ਵਿਅਕਤੀ ਹੁੰਦਾ ਹੈ। ਲੱਭਣਾ ਦੱਸਦਾ ਹੈ ਉਸ ਵਿਅਕਤੀ ਨੂੰ ਲੱਭੋ ਜਿਸ ਕੋਲ ਤੁਹਾਡਾ ਉੱਤਰ ਹੈ। ਮੈਂ ਉਸ ਨੂੰ ਲੱਭਾਂਗਾ, ਮੈਂ ਉਸ ਤੱਕ ਪਹੁੰਚਾਂਗਾ। ਕਈ ਵਾਰ ਜਦ ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਇਸ ਸੋਚ ਨੂੰ ਮਨ ਵਿੱਚ ਰੱਖ ਕੇ ਮੰਗਦੇ ਹਾਂ ਕਿ ਸਾਡੀ ਅਤੇ ਸਾਡੇ ਮੁਕਤੀਦਾਤਾ ਵਿੱਚ ਕਾਫੀ ਦੂਰੀ ਹੈ ਅਤੇ ਸਾਨੂੰ ਜ਼ਰੂਰਤ ਹੈ ਕਿ ਅਸੀਂ ਇਸ ਦੂਰੀ ਨੂੰ ਖਤਮ ਕਰੀਏ। ਸਾਨੂੰ ਜ਼ਰੂਰਤ ਹੈ ਉਸ ਨੂੰ ਲੱਭੀਏ ਜਿਸ ਦੇ ਕੋਲ ਸਾਡਾ ਉੱਤਰ ਹੈ ਅਤੇ ਉਸ ਦੇ ਨੇੜੇ ਹੋ ਜਾਈਏ ਤਾਂ ਕਿ ਅਸੀਂ ਆਪਣੀ ਪ੍ਰਾਰਥਨਾ ਵਿੱਚ ਠੀਕ ਤਰ੍ਹਾਂ ਉਸ ਨੂੰ ਦੱਸ ਸਕੀਏ। ਭਾਗ ਈੜੀ, ਖੜਕਾਉਣਾ ਅਤੇ ਤਦ ਖੜਕਾਉਣਾ ਉਸ ਤੋਂ ਵੀ ਪ੍ਰਬਲ ਹੈ। ਤੁਸੀਂ ਕਿਸੇ ਜਗ੍ਹਾ ਤੇ ਜਾਂਦੇ ਹੋ ਜਿਸ ਦੇ ਬਾਰੇ ਸੋਚਦੇ ਹੋ ਕਿ ਤੁਹਾਡਾ ਉੱਤਰ ਉੱਥੇ ਹੈ। ਤੁਸੀਂ ਮੰਗਦੇ ਹੋ ਤਦ ਉਸ ਨੂੰ ਲੱਭਦੇ ਹੋ ਜਿਸ ਦੇ ਕੋਲ ਤੁਹਾਡੇ ਲਈ ਉੱਤਰ ਹੈ ਅਤੇ ਤਦ ਅੰਤ ਵਿੱਚ ਜਾ ਕੇ ਦਰਵਾਜ਼ੇ ਤੇ ਖੜੇ ਹੋ ਕੇ ਖੜਕਾਉਂਦੇ ਹੋ ਅਤੇ ਆਖਦੇ ਹੋ, ਉਹ ਕਿੱਥੇ ਹੈ? ਮੈਂ ਉੱਤਰ ਕਿਸ ਤਰ੍ਹਾਂ ਲੈ ਸਕਦਾ ਹਾਂ? ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਤਿੰਨਾਂ ਸ਼ਬਦਾਂ ਦੀ ਵਿਆਖਿਆ ਕਰੀਏ ਤਾਂ ਬਸ ਜਾਣ ਲਵੋ ਕਿ ਯਿਸੂ ਕਹਿ ਰਿਹਾ ਹੈ, ਸਾਡੇ ਵਿੱਚੋਂ ਹਰੇਕ ਉਸ ਦੇ ਕੋਲ ਆਵੇ ਅਤੇ ਉਹ ਚਾਹੁੰਦਾ ਹੈ ਕਿ ਆਪਣੀ ਜ਼ਰੂਰਤ ਨੂੰ ਪ੍ਰਬਲਤਾ ਨਾਲ ਲੈ ਕੇ ਉਸ ਕੋਲ ਆਵੇ। ਹੋਬਰੈਡ ਹੈਡਰਿਕਸ ਮੇਰੇ ਸਕੂਲ ਵਿੱਚ ਮੇਰਾ ਟੀਚਰ ਸੀ। ਉਹ ਮੇਰਾ ਅਤੇ ਕਈ ਲੋਕਾਂ ਦਾ ਗੁਰੂ ਸੀ ਜੋ ਅੱਜ ਦੀ ਦੁਨੀਆ ਵਿੱਚ ਪਾਸਟਰ ਬਣ ਚੁੱਕੇ ਹਨ। ਉਹ ਇੱਕ ਪ੍ਰੋਫੈਸਰ ਦੇ ਬਾਰੇ ਇੱਕ ਕਹਾਣੀ ਸੁਣਦਾ ਸੀ ਜੋ ਉਸ ਦੇ ਘਰ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿਣ ਲਈ ਆਇਆ। ਜਿਸ ਤਰ੍ਹਾਂ ਹੀ ਉਹ ਉਹਨਾਂ ਦੇ ਘਰ ਆਇਆ, ਰਾਤ ਵੇਲੇ ਉਹਨਾਂ ਦੇ ਆਪਸੀ ਨਜ਼ਦੀਕੀ ਪਰਿਵਾਰਿਕ ਸੰਬੰਧ ਬਣ ਗਏ ਅਤੇ ਪ੍ਰਾਰਥਨਾ ਦੇ ਬਾਅਦ ਬੱਚੇ ਆਪਣੇ ਬਿਸਤਰ ਤੇ ਸੌਣ ਵਾਸਤੇ ਚਲੇ ਗਏ ਅਤੇ ਉਸ ਨੇ ਆਖਿਆ, ਤੁਸੀਂ ਸੋਚਦੇ ਹੋਵੋਗੇ ਕਿ ਤੂੰ ਇੱਕ ਧਾਰਮਿਕ ਸਕੂਲ ਦਾ ਪ੍ਰੋਫੈਸਰ ਹੈ, ਇਸ ਲਈ ਤੂੰ ਆਪਣੇ ਬੱਚਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਹੈ। ਉਸ ਦੇ ਬੱਚਿਆਂ ਨੇ ਬਹੁਤ ਹੀ ਛੋਟੇ ਬੱਚਿਆਂ ਦੀ ਤਰ੍ਹਾਂ ਪ੍ਰਾਰਥਨਾ ਕੀਤੀ, ਆਪਣੀ ਸਾਈਕਲ ਲਈ ਧੰਨਵਾਦ ਕੀਤਾ ਅਤੇ ਹੋਰ ਛੋਟੀਆਂ-ਛੋਟੀਆਂ ਗੱਲਾਂ ਲਈ ਪ੍ਰਭੂ ਯਿਸੂ ਦਾ ਧੰਨਵਾਦ ਕੀਤਾ। ਡਾਕਟਰ ਹੈਡਰਿਕਸ ਨੇ ਕਿਹਾ, ਮੈਂ ਹੀ ਇਸ ਤਰ੍ਹਾਂ ਇਹਨਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਹੈ। ਅੱਗੇ ਫਿਰ ਉਸਨੇ ਆਖਿਆ, ਮੇਰੇ ਬੱਚੇ ਤਾਂ ਘਰ ਦੇ ਬਾਹਰ ਲੱਗੀ ਚਾਰ ਦੀਵਾਰੀ ਦੀ ਵੀ ਪ੍ਰਾਰਥਨਾ ਕਰਦੇ ਹਨ ਕਿਉਂਕਿ ਸੁਰੱਖਿਆ ਜ਼ਰੂਰੀ ਹੁੰਦੀ ਹੈ। ਚਾਰ ਦੀਵਾਰੀ ਖਤਰਨਾਕ ਕੁੱਤਿਆਂ ਨੂੰ ਪਰਲੇ ਪਾਸੇ ਹੀ ਰੱਖਦੀ ਹੈ। ਕੀ ਇਹ ਅਜੀਬ ਗੱਲ ਨਹੀਂ ਕਿ ਜਦ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਸੋਚਦੇ ਹਾਂ ਕਿ ਸਾਡੀ ਪ੍ਰਾਰਥਨਾ ਕੁਝ ਖਾਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਪਰ ਸਾਡੀ ਇਹ ਸੋਚ ਸਾਡੀ ਪ੍ਰਾਰਥਨਾ ਨੂੰ ਬਨਾਵਟੀ ਬਣਾ ਦਿੰਦੀ ਹੈ। ਅੱਜ ਦੇ ਸੰਦੇਸ਼ ਵਿੱਚ ਯਿਸੂ ਸਾਨੂੰ ਇਹ ਹੀ ਦੱਸ ਰਿਹਾ ਹੈ ਕਿ ਪ੍ਰਾਰਥਨਾ ਸਧਾਰਨ ਹੋਣੀ ਚਾਹੀਦੀ ਹੈ ਜਿਸ ਨੂੰ ਤੁਸੀਂ ਆਪਣੇ ਦਿਲ ਦੀ ਗਹਿਰਾਈ ਨਾਲ ਕਰੋ। ਯਿਸੂ ਕਹਿ ਰਿਹਾ ਹੈ, ਤੁਸੀਂ ਸਿਰਫ ਮੇਰੇ ਕੋਲ ਆਓ ਅਤੇ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਮੰਗੋ ਅਤੇ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣਨ ਦਾ ਇਛੁਕ ਹੈ। ਨੰਬਰ 2, ਪ੍ਰਾਰਥਨਾ ਦਾ ਪ੍ਰਭਾਵ ਹੁੰਦਾ ਹੈ। ਹੁਣ ਨੰਬਰ 2 ਵੱਲ ਵੇਖੋ, ਪ੍ਰਾਰਥਨਾ ਦਾ ਪ੍ਰਭਾਵ। ਧਿਆਨ ਦੇਵੋ, ਯਿਸੂ ਐਤ 8 ਵਿੱਚ ਕੀ ਆਖਦਾ ਹੈ, ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ। ਭਾਗ ਊੜਾ, ਪ੍ਰਾਰਥਨਾ ਵਿਆਪਕ ਹੋ ਸਕਦੀ ਹੈ। ਇਸ ਐਤ ਵਿੱਚ 2 ਸੋਚਾਂ ਕੰਮ ਕਰ ਰਹੀਆਂ ਹਨ। ਪਹਿਲੀ ਗੱਲ, ਇਹ ਪ੍ਰਾਰਥਨਾ ਵਿਆਪਕ ਹੈ। ਇਸ ਸ਼ਬਦ ਨੂੰ ਧਿਆਨ ਨਾਲ ਵੇਖੋ, ਹਰ ਇੱਕ ਸਿਰਫ ਕੁਝ ਪਾਸਟਰ ਹੀ ਨਹੀਂ, ਨਾ ਹੀ ਸਿਰਫ ਡੀਕਨ, ਨਾ ਹੀ ਕੁਝ ਹੋਰ ਵਿਸ਼ੇਸ਼ ਲੋਕ। ਹਰੇਕ ਮਸੀਹ ਜੋ ਉਸ ਦੇ ਰਾਜ ਦਾ ਬੱਚਾ ਹੈ, ਹਰੇਕ ਇਸ ਤਰ੍ਹਾਂ ਦੀ ਪ੍ਰਾਰਥਨਾ ਕਰ ਸਕਦਾ ਹੈ। ਅਸੀਂ ਮੰਗ ਸਕਦੇ ਹਾਂ, ਅਸੀਂ ਲੱਭ ਸਕਦੇ ਹਾਂ, ਅਸੀਂ ਖੜਕਾ ਸਕਦੇ ਹਾਂ, ਅਸੀਂ ਜਾਣ ਸਕਦੇ ਹਾਂ ਕਿ ਪਰਮੇਸ਼ਰ ਸਾਡੀ ਸੁਣਦਾ ਹੈ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੱਤੀ ਦੀ ਅੰਜੀਲ ਦੇ 7 ਅਧਿਆਇ ਦੀ 7 ਤੋਂ ਲੈ ਕੇ 11 ਆਇਤਾਂ ਤੱਕ ਦੇ ਵਚਨਾਂ ਤੇ ਅਸੀਂ ਗੌਰ ਕਰ ਰਹੇ ਸੀ। ਅੱਜ ਅਸੀਂ ਪ੍ਰਾਰਥਨਾ ਦੇ ਬਾਰੇ ਸਿੱਖ ਰਹੇ ਸੀ। ਅਸੀਂ ਸਿੱਖਿਆ ਕਿ ਪ੍ਰਾਰਥਨਾ ਦੇ ਵਿੱਚ ਵੱਡਾ ਹੌਸਲਾ ਹੁੰਦਾ ਹੈ। ਦੋਸਤੋ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਅੱਜ ਦੀ ਨੱਠ ਭੱਜ ਵਾਲੀ ਜ਼ਿੰਦਗੀ ਦੇ ਦੌਰ ਵਿੱਚ ਪ੍ਰਾਰਥਨਾ ਕਰਨ ਦਾ ਮਤਲਬ ਹੈ ਆਪਣੀ ਜ਼ਿੰਦਗੀ ਦੇ ਵਿੱਚ ਰੁਕਾਵਟ ਨੂੰ ਗਲੇ ਲਗਾਉਣਾ। ਜੇਕਰ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਤਾਂ ਇਹ ਪਰਮੇਸ਼ਰ ਦੇ ਲਈ ਬਹੁਤ ਹੀ ਮੁਸ਼ਕਲ ਹੈ ਕਿ ਉਹ ਆਪਣੀ ਮੁਕਤੀ ਤੁਹਾਡੇ ਜੀਵਨ ਦੇ ਵਿੱਚ ਦੇਵੇ। ਜੇਕਰ ਤੁਸੀਂ ਇਹ ਸੋਚਦੇ ਹੋ ਕਿ ਮੈਂ ਆਪਣੀਆਂ ਮੁਸੀਬਤਾਂ ਦਾ ਸਾਹਮਣਾ ਆਪ ਕਰ ਸਕਦਾ ਤਾਂ ਦੋਸਤੋ, ਇਹ ਤੁਹਾਡੇ ਘਮੰਡੀ ਸੁਭਾਅ ਨੂੰ ਦਰਸਾਉਂਦਾ ਹੈ ਅਤੇ ਜਦੋਂ ਅਸੀਂ ਇਸ ਵੱਡੀ ਮੁਸੀਬਤ ਵਿੱਚ ਫਸਾਂਗੇ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਅਸੀਂ ਸਿੱਖਿਆ ਕਿ ਜੋ ਲੋਕ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦਾ ਸੰਬੰਧ ਪਰਮੇਸ਼ਰ ਨਾਲੋਂ ਟੁੱਟ ਜਾਂਦਾ ਹੈ ਅਤੇ ਪਰਮੇਸ਼ਰ ਦੀ ਸ਼ਕਤੀ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਨਹੀਂ ਕਰਦੀ।
ਅਸੀਂ ਸਿੱਖਿਆ ਕਿ ਅਜਿਹੇ ਲੋਕ ਉਹ ਸਥਾਨ ਦੇ ਉੱਤੇ ਪਹੁੰਚ ਜਾਂਦੇ ਹਨ ਜਿੱਥੇ ਉਹ ਆਪਣੇ ਆਪ ਨੂੰ ਹਾਰਿਆ ਹੋਇਆ, ਲੁੱਟਿਆ ਹੋਇਆ ਅਤੇ ਨਿਰਾਸ਼ਾ ਦੇ ਵਿੱਚ ਘਿਰਿਆ ਹੋਇਆ ਪਾਉਂਦੇ ਹਨ। ਦੋਸਤੋ, ਪ੍ਰਾਰਥਨਾ ਉਹ ਕੁੰਜੀ ਹੈ ਜੋ ਪਰਮੇਸ਼ਰ ਦੀ ਸਾਮਰਥ ਨੂੰ ਖੋਲ ਦਿੰਦੀ ਹੈ। ਅਸੀਂ ਜਾਣਿਆ ਕਿ ਪ੍ਰਾਰਥਨਾ ਕਰਨਾ ਇੱਕ ਬਹੁਤ ਵੱਡੀ ਆਸ਼ੀਸ਼ ਹੈ। ਅਸੀਂ ਵੇਖਿਆ ਕਿ ਪ੍ਰਭੂ ਯਿਸੂ ਜੀ ਮੱਤੀ ਜੀ ਅੰਜੀਲ ਦੇ ਵਿੱਚ ਵੀ ਪ੍ਰਾਰਥਨਾ ਬਾਰੇ ਸਿਖਾ ਰਹੇ ਹਨ। ਆਪਣੇ ਪਹਾੜੀ ਉਪਦੇਸ਼ ਦੇ ਸੰਦੇਸ਼ਾਂ ਦੇ ਅੰਤ ਵਿੱਚ ਮੱਤੀ ਦੀ ਅੰਜੀਲ ਦੇ 7ਵੇਂ ਅਧਿਆਇ ਦੇ ਵਿੱਚ ਹੁਣ ਫਿਰ ਉਹ ਦੂਜੀ ਵਾਰੀ ਸਾਨੂੰ ਪ੍ਰਾਰਥਨਾ ਦੇ ਬਾਰੇ ਸਿਖਾ ਰਹੇ ਹਨ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਹੈ ਕਿ ਪ੍ਰਭੂ ਯਿਸੂ ਜੀ ਸਾਨੂੰ ਪ੍ਰਾਰਥਨਾ ਦੀ ਮਹੱਤਵਤਾ ਅਤੇ ਉਸ ਦੀ ਪ੍ਰਮੁੱਖਤਾ ਦੇ ਬਾਰੇ ਯਾਦ ਕਰਵਾਉਣਾ ਚਾਹੁੰਦੇ ਹਨ। ਦੋਸਤੋ, ਅਸੀਂ ਸਿੱਖਿਆ ਕਿ ਸਾਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਸਗੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਕਿਸੇ ਪਰੇਸ਼ਾਨੀ ਦੇ ਵਿੱਚ ਹੋ ਤਾਂ ਜਾਣ ਲਓ ਕਿ ਪ੍ਰਾਰਥਨਾ ਹੀ ਉਸ ਦਾ ਉੱਤਰ ਹੈ। ਇਸ ਤੋਂ ਬਾਅਦ ਅਸੀਂ ਪ੍ਰਾਰਥਨਾ ਦੇ ਵਿਸ਼ੇ ਦੇ ਵਿੱਚ ਅੱਗੇ ਵਧਦੇ ਹੋਏ ਇਸ ਦੀ ਰੂਪਰੇਖਾ ਵਿੱਚੋਂ ਸਿੱਖਿਆ ਕਿ ਪ੍ਰਾਰਥਨਾ ਦੇ ਲਈ ਕੁਝ ਜ਼ਰੂਰੀ ਹੈ। ਅਸੀਂ ਮੰਗਣ, ਲੱਭਣ ਅਤੇ ਖੜਕਾਉਣ ਦੇ ਬਾਰੇ ਸਿੱਖਿਆ ਜੋ ਕਿ ਪ੍ਰਾਰਥਨਾ ਦੇ ਲਈ ਬਹੁਤ ਜ਼ਰੂਰੀ ਹੈ। ਦੋਸਤੋ, ਅਸੀਂ ਸਿੱਖਿਆ ਕਿ ਪ੍ਰਾਰਥਨਾ ਦੇ ਵਿੱਚ ਸਾਨੂੰ ਚੰਗੇ ਚੰਗੇ ਸ਼ਬਦ ਪਰੋਣ ਦੀ ਲੋੜ ਨਹੀਂ ਹੈ, ਕਿਉਂਕਿ ਇਹੋ ਜਿਹੀ ਚੀਜ਼ਾਂ ਕਈ ਵਾਰੀ ਸਾਡੀ ਪ੍ਰਾਰਥਨਾ ਨੂੰ ਬਨਾਵਟੀ ਬਣਾ ਦਿੰਦੀਆਂ ਹਨ। ਅਸੀਂ ਸਿੱਖਿਆ ਕਿ ਪ੍ਰਾਰਥਨਾ ਸਧਾਰਨ ਹੋਣੀ ਚਾਹੀਦੀ ਹੈ, ਜਿਸ ਨੂੰ ਤੁਸੀਂ ਆਪਣੇ ਦਿਲ ਦੀ ਗਹਿਰਾਈ ਨਾਲ ਕਰੋ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਇਸ ਅਧਿਐਨ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਇਸ ਤੋਂ ਬੜੀ ਆਸ਼ੀਸ਼ ਮਿਲੀ ਹੋਏਗੀ। ਜੇਕਰ ਹਾਂ ਤਾਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਫੀਡਬੈਕ ਦੇਣਾ ਨਾ ਭੁੱਲਣਾ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਚੰਗੇ ਮੌਕੇ ਵਾਸਤੇ ਪ੍ਰਭੂ ਜੀ, ਜਿਸ ਦੇ ਵਿੱਚ ਤੁਸੀਂ ਸਾਨੂੰ ਪ੍ਰਾਰਥਨਾ ਦੇ ਵਿਸ਼ੇ ਵਿੱਚ ਸਿਖਾਇਆ। ਤੁਸੀਂ ਸਿਖਾਇਆ ਕਿ ਸਾਨੂੰ ਪ੍ਰਾਰਥਨਾ ਦੇ ਵਿੱਚ ਕੁਝ ਕਰਨ ਦੀ ਲੋੜ ਹੈ। ਤੁਸੀਂ ਸਿਖਾਇਆ ਕਿ ਸਾਨੂੰ ਮੰਗਣ ਦੀ ਲੋੜ ਹੈ, ਸਾਨੂੰ ਲੱਭਣ ਦੀ ਲੋੜ ਹੈ ਔਰ ਸਾਨੂੰ ਖੜਖੜਾਉਣ ਦੀ ਲੋੜ ਹੈ, ਕਿਉਂਕਿ ਪ੍ਰਭੂ ਪਰਮੇਸ਼ਵਰ ਸਾਨੂੰ ਚਾਹੁੰਦੇ ਹਨ ਕਿ ਅਸੀਂ ਮੰਗੀਏ ਤਾਂ ਕਿ ਸਾਨੂੰ ਦਿੱਤਾ ਜਾਏ, ਅਸੀਂ ਲੱਭੀਏ ਤਾਂ ਕਿ ਅਸੀਂ ਉਹਨੂੰ ਭਾਲ ਸਕੀਏ, ਅਸੀਂ ਖੜਕਾਈਏ ਤਾਂ ਕਿ ਸਾਡੇ ਲਈ ਖੋਲ੍ਹਿਆ ਜਾ ਸਕੇ। ਪਿਤਾ ਪਰਮੇਸ਼ਵਰ, ਤੁਸੀਂ ਸਿਖਾਇਆ ਕਿ ਸਾਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ, ਪਰ ਤੁਹਾਡੇ ਉੱਤੇ ਭਰੋਸਾ ਰੱਖਣਾ ਹੈ। ਪਿਤਾ ਪਰਮੇਸ਼ਵਰ, ਧੰਨਵਾਦ ਕਰਦੇ ਹਾਂ ਇਸ ਸੱਚੇ ਵਚਨ ਦੇ ਲਈ। ਸਾਡੇ ਸਾਰੇ ਲੋਕਾਂ ਨੂੰ ਬੜੀ ਆਸ਼ੀਸ਼ ਤੇ ਬਰਕਤ ਦਿਓ, ਸਾਡੇ ਦਰਸ਼ਕਾਂ ਨੂੰ ਬੜੀ ਆਸ਼ੀਸ਼ ਬਰਕਤ ਦਿਓ, ਸਾਰਿਆਂ ਦੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰੀ ਕਰੋ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।